वाहिगुरु जी का खालसा वाहिगुरु जी की फतेह। आद को कवन विचार कथियले, सुन कहाँ कर वासो। ज्ञान की मुद्रा कवन कथियले, कट कट कवन निवासो। काल का ठीगा क्यों जलाइले, क्यों निरपो कर जाइए। सहज सतोख का आसन जानै, क्यों छेदै बह रहिए। क्यों छेदे बह रहिए, गुर का शब्द हूँ में बिख मारै। ता निज कर हुए वासु, जिन रच रचिया तिस शब्द पछाणै। नानक तां का दासु, कहाँ ते आवे कहाँ ए जावे, कहाँ ए रह सुमाई। इस शब्द को जो अर्थ आवे, तिस गुर तिर न तुमाई। क्यों तत्तै अवगतै पावै, गुरमुख लगै प्यारो। आपे सुरता आपे करता को, नानक विचारो। हुक्मे आवे हुक्मे जावे, हुक्मे रह सुमाई। पूरे गुर ते साच कुमावै, गत मित शब्दे पाई। आद को विस्माद विचार कथियले, सुन निरंतर वास लिया। अकल पद मुद्रा गुर ज्ञान विचारियले, कट कट साचा सर्व जिया। गुर बचनी अवगत सुमाइयै, तत निरंजन सहज लहै। नानक दूजी कार न करनी, सेवै सिख सुखोज लहै। हुकुम विस्माद हुकुम बुझानै, जी जुगत सच जानै सोई। आप मेट निरालम होवै, अंतर साच जोगी कहिए सोई। तो ਇਹ 21ਵੀਂ ਪੌੜੀ ਵਿੱਚ ਜੋਗੀ ਸਵਾਲ ਪੁੱਛਦੇ ਹਨ, ਆਦ ਕੋ ਕਵਨ ਵਿਚਾਰ ਕਥੀਅਲੇ। ਇਸ ਸ੍ਰਿਸ਼ਟੀ ਦੇ ਆਦ ਦਾ ਤੁਸੀਂ ਕੀ ਵਿਚਾਰ ਬਿਆਨ ਕਰਦੇ ਹੋ, ਕੀ ਵਿਚਾਰ ਕਥਦੇ ਹੋ ਕਿ ਸ੍ਰਿਸ਼ਟੀ ਦਾ ਆਦ ਕੀ ਹੈ। ਸੁਨ ਕਹਾਂ ਕਰ ਵਾਸੋ, ਉਹ ਜੋ ਸੁਨ ਅਵਸਥਾ ਪਰਮਾਤਮਾ ਦੀ ਹੈ, ਉਹਦਾ ਕਿੱਥੇ ਵਾਸ ਹੈ। ਗਿਆਨ ਕੀ ਮੁਦਰਾ ਕਵਨ ਕਥੀਅਲੇ, ਗਿਆਨ ਦੀਆਂ ਮੁਦਰਾ ਕਿਹੜੀਆਂ ਨੇ, ਤੁਸੀਂ ਮਤਲਬ ਕਿਹੜਾ ਗਿਆਨ ਹੈ ਤੁਹਾਡੇ ਕੋਲ। ਘਟ ਘਟ ਕਵਨ ਨਿਵਾਸੋ, ਕਿ ਸਾਰਿਆਂ ਸਰੀਰਾਂ ਘਰਾਂ ਵਿੱਚ, ਸਰੀਰ ਘਟਾਂ ਵਿੱਚ, ਇਹਨਾਂ ਸਰੀਰਾਂ ਦੇ ਘੜਿਆਂ ਵਿੱਚ ਕਿਸ ਦਾ ਨਿਵਾਸ ਹੈ। ਕਾਲ ਕਾ ਠੀਗਾ ਕਿਉਂ ਜਲਾਈਐ ਲੈ, ਕਿਉਂ ਨਿਰਭਉ ਕਰ ਜਾਈਐ। ਕਿਸ ਤਰ੍ਹਾਂ ਨਿਰਭਉ ਹੋ ਜਾਈਏ, ਨਿਡਰ ਹੋ ਜਾਈਏ। ਅਤੇ ਕਾਲ ਦਾ ਜਿਹੜਾ ਡਰ ਤਰਾਹ ਹੈ, ਠੀਗਾ ਕਿਉਂ ਜਲਾਈਏ, ਇਹ ਕਿਸ ਤਰ੍ਹਾਂ ਅੰਦਰੋਂ ਜਲਾਇਆ ਜਾਏ, ਕਾਲ ਦੀ ਮੌਤ ਦਾ ਡਰ। ਸਹਿਜ ਸੰਤੋਖ ਕਾ ਆਸਨ ਜਾਣੈ, ਕਿਉਂ ਛੇਦੈ ਬਹਿ ਰਹੀਐ। ਕਿਉਂ ਬੰਦਾ ਸਹਿਜ ਸੰਤੋਖੀ ਹੋ ਜਾਏ, ਇਹ ਆਸਨ ਕਿਵੇਂ ਪਛਾਣੇ। ਮਨ ਆਤਮਾ ਸਹਿਜ ਦੇ ਆਸਨ 'ਤੇ ਕਿਵੇਂ ਆ ਜਾਵੇ, ਸੰਤੋਖ ਦੇ ਆਸਨ 'ਤੇ। ਕਿਉਂ ਛੇਦੈ ਬਹਿ ਰਹੀ ਹੈ, ਅਤੇ ਜਿਹੜੀ ਇਹ ਹਉਮੈ ਰੂਪੀ ਵੈਰਨ ਹੈ, ਇਹ ਕਿਵੇਂ ਛੇਦੀ ਜਾਏ, ਇਹ ਕਿਵੇਂ ਮੁਕਾਈ ਜਾਏ ਹਉਮੈ ਦੇ ਜ਼ਹਿਰ। ਗੁਰ ਕੈ ਸ਼ਬਦ ਹਉਮੈ ਬਿਖ ਮਾਰੈ, ਤਾਂ ਨਿਜ ਕਰ ਹੋਵੈ ਵਾਸੂ। ਅਤੇ ਗੁਰੂ ਸਾਹਿਬ ਪਹਿਲਾਂ ਤਾਂ ਇਸ ਪੌੜੀ ਵਿੱਚ 2 ਲਾਈਨਾਂ ਵਿੱਚ ਇੱਕ ਮੁਕਤਸਰ ਜਵਾਬ ਦਿੰਦੇ ਹਨ ਕਿ ਗੁਰ ਕੈ ਸ਼ਬਦ ਹਉਮੈ ਬਿਖ ਮਾਰੈ। ਜੇ ਬੰਦਾ ਗੁਰੂ ਦੇ ਸ਼ਬਦ ਨਾਲ ਜੁੜ ਜਾਵੇ, ਸ਼ਬਦ ਦੇ ਰਾਹੀਂ ਜੀਵਨ ਜੀਵੇ, ਸ਼ਬਦ ਅਨੁਸਾਰ ਜੀਵਨ ਜੀਵੇ, ਹਉਮੈ ਬਿਖ ਮਾਰੈ, ਇਹ ਹਉਮੈ ਰੂਪੀ ਜ਼ਹਿਰ ਨੂੰ ਮਾਰ ਸਕਦਾ, ਇਸ ਵੱਖਰੇਪਣ ਦੀ ਹੋਂਦ ਨੂੰ ਖਤਮ ਕਰ ਸਕਦਾ ਹੈ। ਤਾਂ ਨਿਜ ਘਰ ਹੋਵੈ ਵਾਸੂ, ਫਿਰ ਉਸ ਪਰਮਾਤਮਾ ਦੇ ਵਿੱਚ ਇਹਦਾ ਨਿਵਾਸ ਹੋ ਸਕਦਾ ਹੈ। ਨਿਜ ਘਰ ਆਪਣੇ ਉਸ ਨਿਰੰਕਾਰ ਰੂਪ ਵਿੱਚ ਇਸਦਾ ਵਾਸ ਹੋ ਸਕਦਾ ਹੈ। ਜਿਨ ਰਚੇ ਰਚਿਆ ਤਿਸ ਸ਼ਬਦ ਪਛਾਣੈ, ਜਿਸ ਪ੍ਰਭੂ ਨੇ ਇਸ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ, ਉਸ ਨੂੰ ਗੁਰੂ ਦੇ ਸ਼ਬਦ ਦੇ ਰਾਹੀਂ ਪਛਾਣ ਲਵੇ। ਸ਼ਬਦ ਨਾਲ ਜੁੜ ਕੇ ਸ਼ਬਦ ਅਨੁਸਾਰ ਜੀਵਨ ਜੀਉ ਕੇ ਪਛਾਣੈ। ਨਾਨਕ ਤਾਂ ਕਾ ਦਾਸ, ਬੇ ਨਾਨਕ ਉਹਦਾ ਸੇਵਕ ਹਾਂ ਜਿਹੜਾ ਇਸ ਤਰ੍ਹਾਂ ਉਸ ਪਰਮਾਤਮਾ ਨੂੰ ਪਛਾਣ ਲਵੇ। ਇਹ 21ਵੀਂ ਪੌੜੀ ਦੇ ਸਵਾਲ ਦੇ ਜਵਾਬ ਸਨ ਵੀ ਇਸ ਸੰਸਾਰ ਦਾ ਮੁੱਢ ਕੀ ਹੈ, ਆਦਿ ਕੀ ਹੈ। ਉਹ ਜਿਹੜਾ ਪਰਮਾਤਮਾ ਜਿਹੜਾ ਸੁਨ ਅਵਸਥਾ ਵੀ ਸੀ ਜਦੋਂ ਸ੍ਰਿਸ਼ਟੀ ਨਹੀਂ ਸੀ ਰਚੀ ਗਈ, ਉਹਦਾ ਕਿੱਥੇ ਵਾਸਾ ਹੈ, ਅਤੇ ਸੱਚਾ ਗਿਆਨ ਕੀ ਹੈ, ਅਤੇ ਇਹ ਸਾਰਿਆਂ ਹਿਰਦਿਆਂ ਵਿੱਚ ਕੌਣ ਵਸਦਾ ਹੈ, ਅਤੇ ਇਹ ਮੌਤ ਦਾ ਡਰ ਕਿਵੇਂ ਮੁੱਕੇ, ਅਤੇ ਬੰਦਾ ਨਿਰਭਉ ਕਿਵੇਂ ਹੋ ਜਾਏ, ਸਹਿਜ ਸੰਤੋਖ ਦੇ ਆਸਨ 'ਤੇ ਕਿਵੇਂ ਸੁਰਤੀ ਟਿਕ ਕੇ ਰਵੇ, ਅਤੇ ਹਉਮੈ ਜਿਹੜੀ ਸਭ ਤੋਂ ਵੱਡੀ ਵੈਰਨ ਹੈ, ਹਉਮੈ ਦੀ ਰੋਗ ਹੈ, ਇਹ ਕਿਵੇਂ ਮੁਕਾਇਆ ਜਾਵੇ। ਤੋ ਫਿਰ ਗੁਰੂ ਸਾਹਿਬ ਨੇ ਇਸ ਦਾ ਮੁਕਤਸਰ ਜਵਾਬ ਵੀ ਦਿੱਤਾ ਹੈ ਕਿ ਗੁਰੂ ਦਾ ਸ਼ਬਦ ਹੀ ਸਾਰੇ ਦੁੱਖਾਂ ਕਲੇਸ਼ਾਂ ਦਾ ਨਿਵਾਰਨ ਕਰਦਾ ਹੈ, ਕਿ ਗੁਰੂ ਦੇ ਸ਼ਬਦ ਦੇ ਰਾਹੀਂ ਹਉਮੈ ਦੇ ਜ਼ਹਿਰ ਨੂੰ ਮਾਰਿਆ ਜਾ ਸਕਦਾ ਹੈ, ਅਤੇ ਉਸ ਆਪਣੇ ਨਿਜ ਰੂਪ ਵਿੱਚ ਨਿਰੰਕਾਰ ਰੂਪ ਵਿੱਚ ਸਮਾਈ ਹੋ ਸਕਦੀ ਹੈ, ਵਾਸਾ ਹੋ ਸਕਦਾ ਹੈ। ਜਿਸ ਪਰਮਾਤਮਾ ਇਹ ਰਚਨ ਰਚਿਆ, ਉਸ ਨੂੰ ਸ਼ਬਦ ਦੇ ਜ਼ਰੀਏ ਪਛਾਣਨਾ ਹੈ, ਗੁਰੂ ਦੇ ਸ਼ਬਦ ਦੇ ਜ਼ਰੀਏ ਪਛਾਣਨਾ ਹੈ। ਅਤੇ ਗੁਰੂ ਸਾਹਿਬ ਕਹਿੰਦੇ ਮੈਂ ਉਸ ਦਾ ਦਾਸ ਹਾਂ ਜੋ ਇਸ ਸ਼ਬਦ ਦੇ ਰਾਹੀਂ ਆਪਣੇ ਆਪੇ ਨੂੰ ਪਛਾਣੇ, ਉਸ ਪ੍ਰਭੂ ਨੂੰ ਪਛਾਣੇ।
कहाँ ते आवे कहाँ जावे कहाँ रह समाई। 22ਵੀਂ ਪੌੜੀ ਵਿੱਚ ਗੁਰੂ ਸਾਹਿਬ ਨੂੰ ਫਿਰ ਜੋਗੀ ਪੁੱਛਦੇ ਨੇ ਕਿ ਕਹਾਂ ਤੇ ਆਵੇ। ਇਹ ਜਿਹੜਾ ਸਰੀਰਾਂ ਵਿੱਚ ਆਇਆ ਹੋਇਆ ਹੈ ਪੁਰਖ ਜੀਵਾਤਮਾ, ਇਹ ਕਿੱਥੋਂ ਆਉਂਦਾ ਹੈ, ਕਹਾਂ ਇਹ ਜਾਵੇ, ਕਿੱਥੇ ਚਲਾ ਜਾਂਦਾ ਹੈ, ਕਹਾਂ ਰਹਿ ਸਮਾਈ, ਇਹ ਕਿੱਥੇ ਸਮਾਇਆ ਰਹਿੰਦਾ ਹੈ। ਇਹ ਸ਼ਬਦ ਕੋ ਜੋ ਅਰਥ ਆਵੇ ਤਿਸ ਗੁਰ ਤਿਲ ਨਾ ਤਮਾਈ। ਮੈਂ ਐਸੇ ਗੁਰੂ ਨੂੰ ਪ੍ਰਵਾਨ ਕਰਾਂਗਾ ਕਿ ਉਸ ਨੂੰ ਕੋਈ ਤਿਲ ਤਮਾ ਨਹੀਂ ਹੈ, ਕਿਸੇ ਕਿਸਮ ਦਾ ਰਤਾ ਵੀ ਲਾਲਚ ਨਹੀਂ ਹੈ। ਇਹ ਸ਼ਬਦ ਕੋ ਜੋ ਅਰਥ ਹੋਵੇ, ਜਿਹੜਾ ਇਸ ਗਿਆਨ ਦੀ ਗੱਲ ਨੂੰ ਸਮਝਾ ਦੇਵੇ। ਕਿਉਂ ਤੱਤੈ ਅਵਗਤੈ ਭਾਵੈ ਗੁਰਮੁਖ ਲੱਗੈ ਪਿਆਰੋ। ਕਿਵੇਂ ਗੁਰੂ ਨਾਲ ਪਿਆਰ ਬਣੇ, ਗੁਰੂ ਦੀ ਪ੍ਰਾਪਤੀ ਕਿਵੇਂ ਹੋਵੇ। ਕਿਉਂ ਤੱਤੈ ਅਵਗਤੈ ਭਾਵੈ, ਉਹ ਸੱਚਾਈ ਜਿਹੜੀ ਹੈ, ਉਹ ਨਿਰੋਲ ਜੋ ਆਦ ਸੱਚ ਜੁਗਾਦ ਸੱਚ ਹੈ, ਉਹ ਤੱਤ ਉਹਨੂੰ ਕਿਵੇਂ ਪਛਾਣਿਆ ਜਾਏ। ਅਤੇ ਉਹ ਜਿਹੜਾ ਇਹਨਾਂ ਅੱਖਾਂ ਨਾਲ ਦਿਸਦਾ ਵੀ ਨਹੀਂ ਨਿਰੰਕਾਰ ਅਵਗਤੈ ਭਾਵੈ, ਉਸ ਅਵਸਥਾ ਨੂੰ ਕਿਵੇਂ ਪ੍ਰਾਪਤ ਕੀਤਾ ਜਾ ਸਕੇ ਜਿਹਦਾ ਕੋਈ ਰੂਪ ਰੰਗ ਹੀ ਨਹੀਂ। ਆਪੇ ਸੁਰਤਾ ਆਪੇ ਕਰਤਾ ਕੋ ਨਾਨਕ ਵਿਚਾਰੋ। ਤੋ ਗੁਰੂ ਸਾਹਿਬ ਆਪੇ ਸੁਰਤਾ, ਉਹ ਜਿਹੜਾ ਪਰਮਾਤਮਾ ਆਪ ਹੀ ਸਾਰਿਆਂ ਵਿੱਚ ਸਮਾਇਆ ਹੋਇਆ ਹੈ, ਆਪੇ ਕਰਤਾ ਸਭ ਕੁਝ ਕਰਨ ਯੋਗ ਹੈ। ਕੋ ਨਾਨਕ ਵਿਚਾਰੋ, ਉਹਦੇ ਬਾਰੇ ਇਹ ਨਾਨਕ ਸਾਨੂੰ ਵਿਚਾਰ ਦੱਸ। ਗੁਰੂ ਪਾਤਸ਼ਾਹ ਦਾ ਜਵਾਬ ਹੈ ਹੁਕਮੇ ਆਵੈ ਹੁਕਮੇ ਜਾਵੈ ਹੁਕਮੇ ਰਹਿ ਸੁਮਾਈ। ਇਹ ਬੜੀ ਅਚਰਜ ਵਿਸਮਾਦ ਖੇਡ ਹੈ ਕਿ ਉਸ ਰੱਬ ਦੇ ਹੁਕਮ ਵਿੱਚ ਹੀ ਜੀਵ ਆਉਂਦਾ, ਹੁਕਮ ਵਿੱਚ ਹੀ ਚਲਾ ਜਾਂਦਾ ਹੈ। ਹੁਕਮੇ ਆਵੈ ਹੁਕਮੇ ਜਾਵੈ ਹੁਕਮੇ ਰਹਿ ਸੁਮਾਈ। ਅਤੇ ਹੁਕਮ ਅਨੁਸਾਰ ਜੈਸਾ ਜੈਸਾ ਹੁਕਮ ਹੁੰਦਾ ਵੈਸੇ ਹੀ ਇਹ ਜੀਵਾਤਮਾ ਵੈਸੇ ਰੰਗ ਰੂਪ ਵਿੱਚ ਸਮਾਈ ਰਹਿੰਦੀ ਹੈ। ਪੂਰੇ ਗੁਰ ਤੇ ਸਾਚ ਕਮਾਵੇ। ਹਾਂ, ਜੇ ਪੂਰਾ ਗੁਰੂ ਮਿਲ ਜਾਵੇ ਅਤੇ ਪੂਰੇ ਗੁਰੂ ਦੇ ਹੁਕਮ ਅਨੁਸਾਰ ਜੇ ਤੁਰੇ ਅਤੇ ਸੱਚ ਦੀ ਕਮਾਈ ਕਰ ਸਕਦਾ ਹੈ, ਉਸ ਸੱਚ ਨੂੰ ਪਛਾਣ ਸਕਦਾ ਹੈ। ਗਤ ਮਿਤ ਸ਼ਬਦੇ ਪਾਈ, ਐਸੀ ਆਤਮਿਕ ਅਵਸਥਾ, ਐਸੀ ਗਤ ਮਿਤ ਜਿਹੜੀ ਹੈ ਕਿ ਜਿਹੜੀ ਅਵਗਤੋਂ ਪਾਵੇ, ਜਿਹੜੀ ਉਸ ਅਵਗਤ ਪਰਮਾਤਮਾ ਨੂੰ ਪਾ ਸਕੇ। ਇਹ ਗੁਰੂ ਦੀ ਸ਼ਬਦ ਦੀ ਕਮਾਈ ਕਿਤੇ ਹੀ ਹੋ ਸਕਦੀ ਹੈ। ਗਤ ਮਿਤ ਸ਼ਬਦੇ ਪਾਵੇ, ਸ਼ਬਦ ਦੇ ਰਾਹੀਂ ਹੀ ਸ਼ਬਦੇ ਹੀ ਪ੍ਰਾਪਤ ਹੋ ਸਕਦੀ ਹੈ। ਆਦਿ ਕੋ ਬਿਸਮਾਦ ਵਿਚਾਰ ਕਥੀਏ ਨੇ। ਫਿਰ ਅੱਗੇ ਗੁਰੂ ਜੀ ਵਿਚਾਰ ਦਿੰਦੇ ਨੇ ਖੋਲ੍ਹ ਕੇ ਕਿ ਉਹ ਜਿਹੜਾ ਸ੍ਰਿਸ਼ਟੀ ਦਾ ਆਦਿ ਹੈ, ਉਹ ਆਦਿ ਉਹ ਪਰਮਾਤਮਾ ਹੀ ਹੈ। ਔਰ ਇਹ ਬੜਾ ਹੈਰਾਨ ਕਰਨ ਵਾਲਾ ਇੱਕ ਬੜਾ ਵਿਸਮਾਦੀ ਗਿਆਨ ਹੈ ਕਿ ਉਸ ਦਾ ਵਿਚਾਰ ਕਥਨਾ ਬੜਾ ਮੁਸ਼ਕਿਲ ਹੈ ਕਿ ਆਦਿ ਕਦੋਂ ਤੋਂ ਹੈ, ਕਿੱਥੋਂ ਆਦਿ ਹੈ। ਤਾਂ ਆਦਿ ਇੱਥੇ ਪਰਮਾਤਮਾ ਹੀ ਹੈ। ਆਦਿ ਕੋ ਬਿਸਮਾਦ, ਹੈਰਾਨ ਕਰਨ ਵਾਲਾ ਆਦਿ ਦਾ ਵਿਚਾਰ ਹੈ। ਸੁਨ ਨਿਰੰਤਰ ਵਾਸ ਲਿਆ, ਉਹ ਸੁਨ ਮੁਨ ਅਵਸਥਾ ਵਿੱਚ ਉਸਨੇ ਇੱਕ ਰਸ ਆਪਣੇ ਵਿੱਚ ਹੀ ਵਾਸਾ ਰੱਖਿਆ ਹੋਇਆ ਸੀ। ਜਦੋਂ ਉਸਨੇ ਆਪਣੇ ਆਪੇ ਤੋਂ ਨਿਰਗੁਣ ਤੋਂ ਅਜੇ ਸਰਗੁਣ ਰੂਪ ਨਹੀਂ ਸੀ ਤਾਰਿਆ। ਅਕਲ ਪਤ ਮੁੰਦਰਾ ਗੁਰ ਗਿਆਨ ਵਿਚਾਰੀਏ। ਤੁਸੀਂ ਗਿਆਨ ਦੀ ਗੱਲ ਕਰਦੇ ਹੋ ਵੀ ਕਿਹੜੀਆਂ ਮੁੰਦਰਾਂ ਗਿਆਨ ਦੀਆਂ, ਤੋ ਅਸਲ ਅਕਲ ਦੀ ਗੱਲ ਇਹੋ ਹੀ ਹੈ। ਅਸਲ ਗਿਆਨ ਦੀ ਗੱਲ ਇਹੋ ਕਿ ਗਿਆਨ ਗੁਰ ਗਿਆਨ ਵਿਚਾਰੀਏ ਲਈ, ਕਿ ਗੁਰੂ ਦੇ ਗਿਆਨ ਅਨੁਸਾਰ ਜੀਵਨ ਵਿਚਾਰ ਕੇ ਜੀਵਿਆ ਜਾਏ। ਇਹੀ ਸੱਚੀਆਂ ਮੁੰਦਰਾਂ ਨੇ। ਕੰਨਾਂ 'ਚ ਮੁੰਦਾਂ ਪਾਉਣ ਦੀ ਲੋੜ ਨਹੀਂ। ਗੁਰੂ ਦਾ ਗਿਆਨ ਧਾਰਨ ਕਰਕੇ ਉਸ ਪ੍ਰਭੂ ਦਾ ਸੱਚਾ ਗਿਆਨ ਪ੍ਰਾਪਤ ਕੀਤਾ ਜਾਏ। ਘੱਟ ਘੱਟ ਸਾਚਾ ਸਰਬ ਜੀਆਂ, ਅਤੇ ਸਾਰੇ ਵਿੱਚ ਉਹ ਪਰਮਾਤਮਾ ਹੀ ਵਸਦਾ ਹੈ। ਹਰ ਸਰੀਰ ਦੇ ਵਿੱਚ ਉਹ ਨਿਰੰਕਾਰ ਜਿਹੜਾ ਹੈ ਉਹਦਾ ਹੀ ਅੰਸ਼ ਹਰ ਸਰੀਰ 'ਚ ਵਸਦਾ ਹੈ। ਗੁਰ ਬਚਨੀ ਅਵਗਤ ਸੁਮਾਈ ਹੈ। ਉਹ ਜਿਹੜਾ ਪਰਮਾਤਮਾ ਅਵਗਤ ਹੈ, ਜਿਹੜਾ ਸੰਸਾਰ ਦੀ ਤਰ੍ਹਾਂ ਨਹੀਂ ਹੈ, ਅਦ੍ਰਿਸ਼ਟ ਹੈ, ਉਹ ਗੁਰ ਬਚਨੀ, ਗੁਰੂ ਦੇ ਬਚਨ ਰਾਹੀਂ, ਭਾਵ ਗੁਰੂ ਦੇ ਸ਼ਬਦ ਦੇ ਰਾਹੀਂ ਜੀਵਨ ਜੀਵਿਆਂ ਹੀ ਉਸ ਵਿੱਚ ਸਮਾਇਆ ਜਾ ਸਕਦਾ। ਅਵਗਤ ਸਮਾਈ ਹੈ। ਤਤ ਨਿਰੰਜਨ ਸਹਿਜ ਲਖੈ। ਅਤੇ ਉਹ ਜਿਹੜਾ ਸੱਚਾ ਗਿਆਨ ਹੈ, ਇੱਕ ਦੇ ਗਿਆਨ ਨੂੰ ਨਾ ਅਖਰੀ ਗਿਆਨ, ਇੱਕ ਹੋ ਗਿਆ ਅੱਖਰਾਂ ਦੇ ਰਾਹੀਂ ਜਿਸ ਦਾ ਗਿਆਨ ਪ੍ਰਾਪਤ ਕਰਨਾ ਹੈ ਉਹਦੀ ਸਮਝ ਆ ਜਾਏ, ਉਹ ਪਛਾਣਿਆ ਜਾਏ, ਆਪਣਾ ਮੂਲ ਪਛਾਣਿਆ ਜਾਏ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣੋ ਪਛਾਣਿਆ ਜਾਏ। ਉਹ ਤਤ ਨਿਰੰਜਨ, ਜਿਹੜਾ ਮਾਇਆ ਤੂੰ ਰਹਿਤ ਹੈ, ਨਿਰੰਜਨ ਹੈ, ਉਹ ਸਹਿਜ ਲਖੈ। ਇਸ ਗੁਰੂ ਸ਼ਬਦ ਦੇ ਰਾਹੀਂ ਜਦੋਂ ਸਹਿਜ ਅਵਸਥਾ ਬਣਦੀ ਹੈ, ਮਨ ਅਡੋਲ ਹੋ ਜਾਂਦਾ, ਟਿਕ ਜਾਂਦਾ ਹੈ। ਜਿਵੇਂ ਖੜੇ ਪਾਣੀ 'ਚ ਚਿਹਰਾ ਦਿਸ ਸਕਦਾ, ਹਿਲਦੇ ਪਾਣੀ 'ਚ ਚਿਹਰਾ ਨਹੀਂ ਦਿਸਦਾ। ਇਸ ਤਰ੍ਹਾਂ ਜਦੋਂ ਮਨ ਭਟਕਦਾ ਹੈ ਤਦੋਂ ਇਹ ਸਮਝ ਨਹੀਂ ਆਉਂਦੀ ਤਤ ਨਿਰੰਜਨ ਦੀ। ਜਦੋਂ ਮਨ ਸਹਿਜ ਵਿੱਚ ਟਿਕ ਜਾਵੇ ਗੁਰੂ ਸ਼ਬਦ ਦੇ ਰਾਹੀਂ, ਫਿਰ ਉਹ ਤਤ ਨਿਰੰਜਨ ਸਹਿਜ ਲਖੈ, ਸਹਿਜ ਦੇ ਰਾਹੀਂ ਲੈ ਲਵੇਗਾ। ਨਾਨਕ ਦੂਜੀ ਕਾਰ ਨਾ ਕਰਨੀ, ਹੋਰ ਕੋਈ ਕੰਮ ਕਰਮ ਕਾਂਡ ਕਰਨ ਦੀ ਲੋੜ ਨਹੀਂ, ਕਿਸੇ ਹੋਰ ਕਰਮ ਦੀ ਲੋੜ ਨਹੀਂ। ਬਸ ਇੱਕੋ ਹੀ ਹੈ ਕਿ ਸੱਚਾ ਗੁਰੂ ਲੱਭਿਆ ਜਾਏ ਅਤੇ ਸੱਚੇ ਗੁਰੂ ਦੇ ਸ਼ਬਦ ਅਨੁਸਾਰ ਜੀਵਨ ਜੀਉ ਕੇ ਇਸ ਜੀਵਨ ਦੀ ਸਾਰੀ ਖੇਡ ਨੂੰ ਸਮਝਿਆ ਜਾਏ। ਸੇਵੈ ਸਿੱਖ ਸੋ ਖੋਜ ਲਖੈ। ਜਿਹੜਾ ਗੁਰੂ ਕਾ ਸਿੱਖ ਬਣ ਕੇ ਗੁਰੂ ਦੀ ਬਾਣੀ ਅਨੁਸਾਰ ਉਸ ਪਰਮਾਤਮਾ ਦਾ ਸਿਮਰਨ ਕਰਦਾ, ਸੇਵੈ ਸਿੱਖ ਸੋ ਖੋਜ ਲੈ, ਉਹ ਉਸ ਦੀ ਖੋਜ ਕਰ ਲੈਂਦਾ, ਉਸਨੂੰ ਉਸ ਦੀ ਸਮਝ ਆ ਜਾਂਦੀ ਹੈ। ਹੁਕਮ ਬਿਸਮਾਦ ਹੁਕਮ ਪਛਾਣ ਹੈ। ਉਹ ਪ੍ਰਭੂ ਦਾ ਹੁਕਮ ਜੋ ਹੈਰਾਨ ਕਰਨ ਵਾਲੀ ਅਵਸਥਾ ਪੈਦਾ ਕਰਦਾ ਹੈ।
ਰੱਬੀ ਹੁਕਮ ਤੁਰਿਆ ਹੈਰਾਨਕੁਨ ਆਤਮਿਕ ਅਵਸਥਾ ਗਤਮਿਤ ਬਣਦੀ ਹੈ। ਹੁਕਮ ਬਿਸਮਾਦ ਹੁਕਮ ਪਛਾਣੈ, ਉਹ ਜਿਹੜਾ ਉਸ ਹੁਕਮ ਨੂੰ ਪਛਾਣ ਲੈਂਦਾ ਜੀ ਜੁਗਤ ਸੱਚ ਜਾਣੈ ਸੋਈ, ਉਹ ਜੀਵਨ ਦੀ ਸਹੀ ਜੁਗਤੀ ਪਛਾਣ ਲੈਂਦਾ ਕਿ ਸੱਚੀ ਜੀਵਨ ਜੁਗਤੀ ਕੀ ਹੈ, ਜੀਵਨ ਕਿਵੇਂ ਜੀਣਾ ਹੈ। ਉਹ ਕਿਸ ਤਰ੍ਹਾਂ ਸੰਸਾਰ 'ਚ ਰਹਿੰਦੇ ਹੋਇਆਂ ਸੰਸਾਰ ਤੋਂ ਨਿਰਾਲਮ ਰਹਿ ਕੇ ਨਿਰਲੇਪ ਰਹਿ ਕੇ ਉਸ ਸ਼ਬਦ ਵੀ ਸੁਰਤੀ ਜੋੜ ਕੇ ਸੱਚ ਵੀ ਸਮਾਇਆ ਰਹਿੰਦਾ। ਜੀ ਜੁਗਤ ਸੱਚ ਜਾਣੈ ਸੋਈ ਉਹ ਜਾਣ ਸਕਦਾ। ਆਪ ਮੇਟ ਨਿਰਾਲਮ ਹੋਵੈ, ਉਹ ਫਿਰ ਆਪਣਾ ਆਪਾ ਮਿਟਾ ਲੈਂਦਾ, ਉਹਦੀ ਮੈਂ ਮਿਟ ਜਾਂਦੀ, ਉਹ ਆਪਣੀ ਕੋਈ ਵੱਖਰੀ ਹਸਤੀ ਸਮਝਦਾ ਹੀ ਨਹੀਂ। ਉਹ ਸਮਝਦਾ ਹੈ ਕਿ ਨਿਰੰਕਾਰ ਆਕਾਰ ਨਿਰਗੁਣ ਸਰਗੁਣ ਇੱਕ ਹੀ ਰੂਪ ਹੈ। ਇਹ ਮੇਰਾ ਦਿਸਦਾ ਰੂਪ ਅਤੇ ਇਹਦੇ ਅੰਦਰ ਨਿਰਗੁਣ ਰੂਪ, ਮੇਰਾ ਵਾਸਤਵਿਕ ਰੂਪ ਨਿਰਗੁਣ ਰੂਪ ਹੈ ਜੋ ਪ੍ਰਭੂ ਦਾ ਅੰਸ਼ ਹੈ। ਇਸ ਆਤਮਿਕ ਨਿਰਮਲ ਰੂਪ ਨੂੰ ਪਰਮਾਤਮਕ ਵਿੱਚ ਸਮਾਉਣਾ ਹੈ। ਇਸ ਨੂੰ ਸਮਝ ਆਉਂਦੀ ਆਪ ਮੇਟ ਆਪਣਾ ਆਪਾ ਮਿਟਾ ਲੈਂਦਾ। ਉਹਨੂੰ ਮਹਿਸੂਸ ਹੁੰਦਾ ਕਿ ਮੇਰਾ ਮੁਝ ਮੇ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੋ ਦੇਖਿਆ ਲੱਗਾ। ਮੇਰਾ ਸਹੀ ਮੇਨੇ ਵਿੱਚ ਇਹ ਗਿਆਨ ਦੀ ਗੱਲ ਸਮਝ ਆਉਂਦੀ ਹੈ। ਆਪ ਮੇਟ ਨਿਰਾਲਮ ਹੋਇਆ, ਫਿਰ ਨਿਰਲੇਪ ਹੋ ਜਾਂਦਾ ਘੋਲ ਫੁੱਲ ਦੀ ਤਰ੍ਹਾਂ। ਅੰਤਰ ਸਾਜ ਜੋਗੀ ਕਹੀਐ ਸੋਈ, ਇਸ ਤਰ੍ਹਾਂ ਫਿਰ ਜਿਹਦੇ ਅੰਦਰ ਨਿਰੋਲ ਸੱਚ ਸਮਾ ਜਾਏ, ਆਪਣੇ ਆਪ ਨੂੰ ਸੱਚ ਵਿੱਚ ਉਹ ਮਹਿਸੂਸ ਕਰੇ, ਹਉਮੈ ਨੂੰ ਮਿਟਾ ਕੇ ਅੰਤਰ ਸਾਚ ਜੋਗੀ ਕਹੀਐ ਸੋਈ, ਉਹ ਹੈ ਸਹੀ ਜੋਗੀ। ਭਾਵ ਉਸ ਨੂੰ ਯੋਗ ਪ੍ਰਾਪਤ ਹੋਇਆ, ਮਤਲਬ ਪ੍ਰਭੂ ਨਾਲ ਮਿਲਾਪ ਉਸਦਾ ਪ੍ਰਾਪਤ। ਯੋਗ ਲਫ਼ਜ਼ ਦਾ ਮਤਲਬ ਇੱਕ ਤਾਂ ਯੋਗ ਫਿਰਕਾ ਹੈ, ਇੱਕ ਯੋਗ ਤੋਂ ਮਤਲਬ ਹੈ ਪਰਮਾਤਮਾ ਦੀ ਪ੍ਰਾਪਤੀ ਨੂੰ, ਉਹਦੇ ਨਾਲ ਸੰਯੋਗ ਹੋ ਜਾਣਾ, ਉਹਦੇ ਨਾਲ ਜੋੜ ਹੋ ਜਾਣਾ। ਤੋ ਐਸਾ ਬੰਦਾ ਜਿਹੜਾ ਸੱਚ ਨਾਲ ਜੁੜ ਜਾਂਦਾ ਹੈ, ਉਹ ਐਸਾ ਹੀ ਮਿਲਿਆ ਹੋਇਆ ਬੰਦਾ, ਜੁੜਿਆ ਹੋਇਆ ਬੰਦਾ ਜੋਗੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।